प्रोग्राम हालात हाजरा देखने वालों की खिदमत में मोहब्बत भरा सलाम। नाज़रीन, बड़े ही ख़तरनाक हालात हमारे जो पाक फ़ौज के जर्नैल हैं और पीटीआई इस वक्त बिल्कुल आमने सामने आ चुकी है खुलकर। और देखना ये है कि मुल्क के लिए भी कोई बातचीत होगी, क्योंकि पीटीआई का कहना है, इमरान खान का, कि जो कुछ होगा आइन के मुताबिक होगा, अवाम जो चाहेगी उस तरह होगा और हम पाकिस्तान में सही जमहूरियत देखना चाहते हैं। दूसरी तरफ हमारे जो लाठी वाली सरकार है, उनका कहना है कि नहीं, जिन चोरों को हम मुसल्लत करेंगे वही गवर्नमेंट चलाएंगे और जो हम कहेंगे वही होगा। आमने सामने इस वक्त इसी तरह ही है कि अब मैं आपको अगर मिसाल दूंगा कि किसी और मुल्क की, तो वो भी मुनासिब नहीं। बात आप समझ चुके होंगे। हमारे साथ होंगे इस वक्त इटली से यकूब साहब। यकूब साहब, क्या हाल है आपका? जी अल्हम्दुलिल्लाह, शुक्र। यकूब साहब, पीटीआई और इस वक्त आर्मी के जर्नैल आमने सामने आ चुके, आप क्या देखते हैं आने वाले दिनों में? जी मेरी तरफ जो सब थानू पूरी टीम ते पूरे पाकिस्तानी मेरे भैन भरावां बुजुर्गों को मेरी तरफ अस्सलाम वालेकुम। वालेकुम सलाम। ਜਿਹੜੇ ਸਾਹਿਬ ਤੁਹਾਡੀ ਇਹ ਆਲਾ ਦਰਸੀ ਹੈ ਜਾਂ ਇਮਰਾਨ ਖਾਨ ਸਾਹਿਬ ਦੀ, ਜਿਹੜੇ ਤੁਸੀਂ ਇਹਨਾਂ ਨੂੰ ਜਨਰਲ ਕਹਿੰਦੇ ਹੋ, ਮੇਰੀ ਤੇ ਖੁਦਾ ਜ਼ੁਬਾਨ ਹੀ ਵੱਢ ਲੈ ਜੇ ਮੈਂ ਇਹਨਾਂ ਨੂੰ ਜਨਰਲ ਕਹਾਂ। ਤੇ ਜਨਰਲ ਤੇ ਜਵੇਦ ਸਾਹਿਬ ਉਹ ਹੈ ਨਾ, ਇੱਕ ਮੁਲਾਜ਼ਮ ਹੈ ਬਾਈ ਗ੍ਰੇਡ ਦਾ, ਜਿਹੜਾ ਜਿਹਨੇ ਕੁਰਾਨ ਤੇ ਹਰਫ ਲਏ ਹੈ। ਜਿਹਨੂੰ ਤੇ ਕੁਰਾਨ ਹਰਫ ਨਹੀਂ ਆਉਂਦਾ, ਚਲੋ ਇੱਕ ਰਸਮੀ ਆਜ਼ਾਦ ਤੇ ਹੈ ਨਾ, ਇਹਨਾਂ ਹਰਫ ਚੁੱਕਿਆ ਗਿਆ ਸੀ ਆਪਣੇ ਹਰਫ ਦੀ ਪਾਸਦਾਰੀ ਕਰਾਂਗੇ, ਮੁਲਕ ਦੀ ਬਾਰਡਰਾਂ ਦੀ ਜਿਹੜੀ ਹੈ ਉਹ ਹਿਫਾਜ਼ਤ ਕਰਾਂਗੇ। ਇਹਨਾਂ ਦਾ ਜੋ ਕਿ ਇਹਨਾਂ ਕੰਮ ਸ਼ੁਰੂ ਕੀਤੇ ਆ ਪਾਕਿਸਤਾਨ ਦੀ, ਪੂਰੀ ਦੁਨੀਆ ਤੇ ਕੰਮ ਹੁੰਦਾ ਜੀ ਪਿਆ। ਪੂਰੀ ਦੁਨੀਆ ਦੱਸੋ ਮੈਨੂੰ, ਤੁਰਕੀ ਵਿੱਚ ਚਲੋ ਮੰਨੇ 2-4 ਦਫਾ ਫੌਜ ਨੇ ਗਲਤੀ ਕੀਤੀ ਹੈ, ਜਾਂ ਮਿਸਰ ਚ ਵੀ ਜਾਂ ਈਰਾਨ ਵਿੱਚ ਵੀ, ਹੁਣ ਠੀਕ ਹੋ ਗਏ, ਲੇਕਿਨ ਉਹਨਾਂ ਇਹ ਕੰਮ ਨਹੀਂ ਕੀਤਾ ਜਿਹੜਾ ਇਹਨਾਂ ਜਵੇਦ ਸਾਹਿਬ ਇੱਕ ਵਾਰ ਤੁਸੀਂ ਇਹ ਪਕੜੇ ਜਾਣ। ਇਹ ਕਿਉਂਕਿ ਹੁਣ ਆਖਰੀ ਜੰਗ ਹੈ, ਇਹ ਨਹੀਂ ਜੰਗ ਹੈ ਇਸਲਾਮ ਤੇ ਕੁਫਰ ਦੀ ਜੰਗ ਹੈ, ਇਹ ਗਜ਼ਵਾ ਹਿੰਦ ਹੈ। ਅਸੀਂ ਸਾਨੂੰ ਇੰਡੀਆ ਕੋਲ ਕੋਈ ਡਰ ਨਹੀਂ, ਸਾਨੂੰ ਫਲਸਤੀਨ ਇਸਰਾਈਲ ਕੋਲ ਕੋਈ ਡਰ ਨਹੀਂ, ਸਾਨੂੰ ਮਕਬੂਲਾ ਕਸ਼ਮੀਰ ਦਾ ਕੋਈ ਖਤਰਾ ਨਹੀਂ। ਜਿਸ ਦਿਹਾੜੀ ਚਾਹਣ ਮੁਸਲਮਾਨ ਆਜ਼ਾਦ ਕਰਾ ਸਕਦੇ ਨੇ, ਸਾਨੂੰ ਡਰ ਹੈ ਇਹਨਾਂ ਕੋਲ ਵੱਧ ਨੇ। ਕਾਫਰ ਦਾ ਮੁਨਾਫਿਕ ਵੱਡਾ ਹੁੰਦਾ। ਇਹ ਸਾਡੇ ਤੇ ਇੰਨੇ ਕੀ ਦਰਿੰਦੇ ਆ ਗਏ ਨੇ। ਇਹ ਜਿਹੜੇ ਸਭ ਸਹੀ ਇਤਸਾਬ ਹੋਇਆ ਨਾ, ਸਹੀ ਅਦਾਲਤਾਂ ਲੱਗੀਆਂ, ਰੱਬ ਨੇ ਮੌਕਾ ਦਿੱਤਾ। ਇਹਨਾਂ ਉਹ ਜ਼ੁਲਮ ਇਤਨੇ ਜ਼ਾਨੀ ਸ਼ਰਾਬੀ, ਇਹਨਾਂ ਦੀ ਦੁਕਾਨਾਂ ਮੈਂ ਤਾਂ ਹੁਣ ਪਤਾ ਲੱਗਾ ਜੀ ਜਵੇਦ ਸਾਹਿਬ, ਮੈਨੂੰ ਕੁਰਾਨ ਪਾਕ ਦੀ ਕਸਮ ਮੈਂ ਨਹੀਂ ਇਹ ਮੰਨਿਆ ਕਿ ਸਾਡੀਆਂ ਆਰਮੀ ਦੀਆਂ ਛਾਉਣੀਆਂ ਵਿੱਚ ਸ਼ਰਾਬ ਦੀਆਂ ਮਤਲਬ ਕਹਿੰਦੇ ਦੁਕਾਨਾਂ ਬਣੀਆਂ ਨੇ। ਰਾਤੀ ਜਨਰਲ ਸ਼ਰਾਬਾਂ ਪੀਂਦੇ ਨੇ, ਸ਼ਰਾਬ ਤੇ ਸ਼ਰਾਬ ਯਸ਼ੀਆਂ ਕਰਦੇ ਨੇ। ਮੈਂ ਇਹ ਸੁਣਿਆ, ਮੈਨੂੰ ਪਤਾ ਲੱਗਾ ਸੀ ਵੀ ਇਹਨਾਂ ਮੁਲਕ ਲੁੱਟੇ ਹੈ, ਇਹਨਾਂ ਮੁਰੱਬਿਆਂ ਦੇ ਕਬਜ਼ੇ ਕੀਤੇ ਨੇ, ਇਹਨਾਂ ਜਿਤਨੇ ਅਦਾਰੇ ਨੇ ਪਾਕਿਸਤਾਨ 'ਚ। ਤੁਸੀਂ ਸਟੇਟ ਮਿਲ ਲੈ ਲਓ, ਵਾਪਡਾ ਹਾਊਸ ਲੈ ਲਓ, ਤੁਸੀਂ ਤਕੜਾ ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਉਹ ਰਿਟਾਇਰ ਹੈ, ਜਿਹੜਾ ਜਨਾਬਰੀ ਨੇ ਨਾਇਬ ਚੇਅਰਮੈਨ ਕੋ ਨਜ਼ੀਰ ਪੱਟ ਜਿਹੜਾ ਵੀ ਜਨਰਲ ਆ ਗਿਆ, ਜਿਹੜਾ ਉਹ ਇਹ ਲੁਹਾਰਾ ਦਾ ਨੌਕਰ ਹੈ, ਕਿਸੇ ਹਰਾਮ ਦੀ ਮਾਂ ਦਾ ਹਰਾਮ ਦਾ ਬੱਚਾ, ਉਹ ਤੱਕ ਲੋ ਰਿਟਾਇਰ। ਇਹ ਜਨਾਂ ਦੇ ਨਾਇਬ ਦੇ ਵਿੱਚ ਕਿਤਨੇ ਬੰਦੇ ਮੁਲਾਜ਼ਮ ਨੇ, ਕੋਈ ਬੰਦਾ ਗ੍ਰੈਜੂਏਟ ਨਹੀਂ ਜਿਹੜਾ ਬੰਦਾ ਸੀਨੀਅਰ ਤਰੱਕੀ ਦੇ ਕੇ ਅੱਗੇ ਆ ਸਕਦੇ ਆ। ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਰਿਟਾਇਰ ਬਾਜਵਾ ਸਿੱਖ ਦਾ ਬੱਚਾ ਲਾ ਗਏ ਹੈ, ਇਹ ਹਰਾਮੀ ਪਹਿਲਾਂ ਕਿਸੇ ਹਰਾਮ ਦੀ ਮਾਂ ਦਾ ਹਰਾਮ ਦਾ ਬੱਚਾ, ਉਹਦੇ ਚ ਗੈਰ ਦਾ ਹੀ ਕਮਾਲ ਨਹੀਂ। ਜਿਹੜਾ ਇਮਰਾਨ ਖਾਨ ਕੁੜੀ ਦੇਣੀ, ਔਰ ਤੇਰੀ ਕੁੜੀ ਨਹੀਂ ਜਾਂਦਾ, ਤੂੰ ਕੁੜੀ ਦੇ ਨਦੀਰ ਬਚ ਦੇ ਸ਼ਬਾਜ਼ਾ ਦੇ ਔਰ ਤੁਹਾਡੀਆਂ ਕੁੜੀਆਂ ਇਮਰਾਨ ਖਾਨ ਦੇ ਮੁੰਡੇ ਨਹੀਂ ਦਿੰਦੇ। ਉਹਨਾਂ ਨੂੰ ਦੁਨੀਆ ਦੀ ਉਹ ਸੀ ਤੇਰੀ ਖੂਬਸੂਰਤ ਔਰਤਾਂ ਅਰਬਾਪਤੀ ਦੇ ਮਗਰ ਨੇ। ਮੈਂ ਤੇ ਚੈਲੰਜ ਕੀਤਾ ਪਿਛਲੀ ਵਾਰੀ ਕਿ ਤੁਸੀਂ ਜਿੰਨੇ ਪੀਪਲ ਪਾਰਟੀ ਵਾਲੇ, ਜਿੰਨੇ ਸੋਸ਼ਲ ਪਾਰਟੀ ਦੇ ਬੰਦੇ ਹੋ, ਜਿੰਨੇ ਲੋਕ ਨਹੀਂ ਗਾ ਰਹੇ ਹੋ, ਸਾਰੇ ਇੱਕ ਪਾਸੇ ਖਲੋ ਜਾਓ, ਲਾਈਨ ਲਾ ਲਓ। ਤੁਸੀਂ 1000 ਹੋ, 1200, 1300 ਇੱਕ ਪਾਸੇ ਤੁਸੀਂ ਕਰੋ, ਇੱਕ ਪਾਸੇ ਇਮਰਾਨ ਖਾਨ ਦੀ ਪੁਆਟੀ ਚੱਪਲ ਰੱਖ ਲਿਓ, ਮੁੱਲ ਪਵਾ ਲਓ। ਅੱਛਾ ਗੱਲ ਸੁਣੋ, ਉਹ ਚੱਪਲ ਨੂੰ ਕੀ, ਉਹ ਗੱਲ ਤਾਂ ਸੁਣੋ, ਚੱਪਲ ਨੂੰ ਕੀ ਕਰਨਾ? ਫਿਰ ਤੁਸੀਂ ਇੱਕ ਗੱਲ ਕੱਢ ਕੇ ਜੀ ਦੂਜੀ ਨਾਲ ਕੱਢਣਾ, ਮੈਂ ਕਟਵਾਣਾ। ਅੱਛਾ ਗੱਲ ਸੁਣੋ ਮੇਰੀ, ਨਵਾਜ਼ ਸ਼ਰੀਫ ਵਾਪਸ ਜਾ ਰਿਹਾ ਜੇ, ਬੰਦੋਬਸਤ ਹੋ ਗਿਆ, ਉਹਦੇ ਤੋਂ ਕੇਸ 6 ਹਟਾ ਦਿੱਤੇ ਜੇ ਸਾਰੇ। ਜਿਵੇਂ ਸਾਹਿਬ ਜਿਹਨਾਂ ਦੀ ਗੈਰਤ ਹੈ ਨਾ, ਜੇ ਆਪਣੇ ਬਾਪ ਦੇ ਹੈ ਤੇ ਨਹੀਂ ਆਪਣੇ ਦੇ, ਨਵਾਜ਼ ਸ਼ਰੀਫ ਨੂੰ ਲੈਵਣ ਵਾਪਸ, ਨਵਾਜ਼ ਸ਼ਰੀਫ ਵਾਪਸ ਲੈਵਣ।
ਸਾਰੀਆਂ ਪਾਰਟੀਆਂ ਇਕੱਠੀਆਂ ਵਿਚੋਲਾ ਲਗਨ ਬਗਨ ਸਾਰੇ ਜਿੰਨੇ ਕੁੱਤੇ ਨੇ ਇਕੱਠੇ ਹੋ ਗਏ ਇੱਕ ਪਾਸੇ ਇਮਰਾਨ ਅੱਲਾਹ ਦੇ ਬਣ ਆਪਣੇ ਦੀ ਇਮਾਨ ਤੇ ਆਪਣੀ ਇਮਾਨ ਸੀ ਵੀ ਆਖਰੀ ਜੰਗ ਇਹਨਾਂ ਜਿਹੜੇ ਸਭ ਕਬਜ਼ਾ ਕੀਤੇ ਮੁਲਕ ਤੇ ਨਜਾਇਜ਼ ਇਹ ਨਜਾਇਜ਼ ਔਲਾਦ ਨੇ ਇਹ ਹਲਾਲੀ ਨਹੀਂ ਹਲਾਲੀ ਇਹ ਕੰਮ ਨਹੀਂ ਕਰਦੇ ਇੱਕ ਪਾਸੇ ਖਲੋ ਜਾਣ ਸਹੀ ਇਲੈਕਸ਼ਨ ਕਰਾਉਣ ਪੂਰੇ ਪਾਕਿस्तान ਚੋਂ ਮਨੋ ਇੱਕ ਸੀਟ ਜੁੜ ਕੇ ਦੱਸਣ ਇਹ ਜ਼ੁਬਾਨੇ ਖਲਕ ਨਿਕਾਰ ਹੈ ਖੁਦਾ ਜੀ ਖੁਦਾ ਦਾ ਫੈਸਲਾ ਜੀ इन्हें हराम जिंदगी करनी है जरा चीफ इलेक्शन कमीशन है पूरा सरगोधा लगा तो एक हरामी पिल्ला पैदा है वो हराम अगे तक नहीं लिया 37 सीटा तो सही मराह लै गया पूरी हराम जिंदगी के बावजूद इन्होंने पता इन्हें इलेक्शन नहीं कराना इन्होंने नाला चेयरमैन क्यों बदले इन्हें हर हल्के पूरे पाकिस्तान जो कुछ उन्होंने कराची किया जरदारी जो अल्लाह होंगे फौजी वो आपका मुड़ा जो अपने का नहीं जो अपने का होंगे कहता जरदारी जो तू करने पिया कोई की जड़ा होर लिया पर जरा मर्जी लिया मैं नहीं चेयरमैन बनता जो मैं जुटी ही नहीं मैं अपनी सीट नहीं जुटी ते मैं मेयर की कराची का बनना पिया पर वो हरामी है लाली नहीं हो जो लाली है ना क्रैय वो वक्रे हो गए ने और मुस्तफा नवाज खोखर भी लतीफ खोसा भी दास जी ना बाली जुटनी है ना रोल भुड़कने मारे मारे कौन कौन करते हकान बासी ਉਹ ਅਫਰੀਕਾ ਦੀ ਮੱਝੀਆਂ ਦੇ ਮੂੰਹ ਵਾਲਾ ਇੱਕ ਚੌਰੀ ਮਿਸਾਲ ਇਹ ਆਪਣੀ ਅੱਗ ਚ ਆਪਣੀ ਮਰ ਜਾਣਗੇ ਜਵੇਦ ਸਾਹਿਬ ਬਾਹਰ ਨੰਗਾ ਜਿਸਰਾ ਅਲਾਦੀ ਬੰਦਾ ਹੁੰਦਾ ਇਹ ਦੋਵੇਂ 30 ਸਾਲ ਨਾਲ ਲਾ ਕੇ ਨਵਾਜ਼ ਸ਼ਰੀਫ ਦੇ ਹਰਾਮ ਖਾਂਦੇ ਰਹੇ ਨੇ ਉਹਨੂੰ ਸਪੋਰਟ ਕਰਦੇ ਰਹੇ ਨੇ ਜਿਹੜਾ ਉਹਨੇ ਜਨਮ ਕਸ਼ਾ ਕੀਤੇ ਇੰਗਲੈਂਡ ਕਰੂਗਾ ਘਰ ਨਹੀਂ ਲੋਕਾਂ ਦੇ ਪੈਸੇ ਨੇ ਜਿਹੜਾ ਉਹਨੇ ਉੱਥੇ ਇੰਗਲੈਂਡ ਉੱਥੇ ਜਾ ਕੇ ਹਕਾਨ ਵਾਸਤੇ ਦੋਵੇਂ ਰਹਿੰਦੇ ਰਹੇ ਨੇ ਦੇਖੋ ਨਾ ਕਿੰਨੀ ਜ਼ੁਲਮ ਦੀ ਅਧੇਰ ਲੱਗਣੀ ਹੈ ਕੁੱਤਾ ਦਗਲ ਕਲੇ ਦੀ ਔਲਾਦ ਹੈ ਉਹ ਨਸ ਕੇ ਇੰਗਲੈਂਡ ਪੂਰੀ ਕੁੱਤਾ ਬੈਠੇ ਮੂੰਹ ਵਿੱਚ ਛਿੱਕਾ ਚੜੇ ਹੈ ਉਹ ਜਿਹੜੇ ਉਹਨੂੰ ਵਜ਼ੀਰਾਂ ਤੋਂ ਮੰਨਦੇ ਨੇ ਜਾਂ ਜਿਹੜੇ ਉਹਨੂੰ ਲੀਡਰ ਮੰਨਦੇ ਨੇ ਇਹ ਪੰਜਾਬ ਦੇ ਮੇਰੇ ਭਰਾ ਸੁਣਦੇ ਹੋ ਪਏ ਮੈਨੂੰ ਜਿਤਨੇ ਮਰਜ਼ੀ ਤਬਰਰੇ ਬੋਲੋ ਮੈਂ ਤੁਹਾਡੇ ਤੇ ਲਾਜ਼ ਪੈਣਾ ਦੇ ਦੂਰ ਥੱਲੇ ਵੀ ਤੁਹਾਡੇ ਦੇ ਪੋਤਾਂ ਨੂੰ ਜਿਹੜਾ ਲੀਡਰ ਮੰਨਦੇ ਹੋ ਦੇਖੋ 5ਵਾਂ ਸਾਲ ਹੈ ਉਹ ਜੇ ਤੁਹਾਨੂੰ ਕਰੋਨਾ ਦਾ ਖਤਰਾ ਹੈ ਇਹ ਨੱਕ ਦੇ ਚਾਰ ਕਿਸੇ ਚਾਹੇ ਦੀ ਔਲਾਦੀ ਔਰ ਗੰਦੀ ਨਸਲ ਦੇ ਖਤਰਾ ਉਹਨੇ ਮੂੰਹ ਤੇ ਚਿੱਕਾ ਚੜਿਆ ਕਿ ਨਵਾਂ ਕਾਨੂੰਨ ਚ अच्छा उन्हें भी चाह रहे हैं तो उन्हें भला भी चाह रहे हैं ऐसे इतनी जी यकीन करो 12 करोना रहा मैं मरीज हाँ असं जाने मैं सवेरे भी गोते साफ कराने जाना मैं हफ्ते ट्रैवल कराना बड़ा सख्त कानून है यकीन करो हफ्ता हो गया उन्हें साढ़े ला करे कोई बिल्कुल पूरे इटली कोई मास्क खरीदा नहीं है खत्म छुट्टी कि कोरोना है ही नहीं इन्हें दुआ भरावा ये भी चाह रहे हैं खतरा है इन्होंने अपनी गंदगी का खतरा है ये अंदरों कोरोना ने पूरे मुल्क वास्ते कोरोना ने ये जवेद साहब इन्हें कोई इलेक्शन नहीं कराने बिल्कुल दुआई खुदा दी है ये मार्शल लगे है मार्शल नहीं मिलते लगे है गंदा तरीन मार्शल लगे है ये आसमा मुनाफिका किसी तेने मौलवी का मुड़ा जुदा कर का ये कर्मा ले जो करता थे जो करते थे यार मैनू ते मैं सोच के मैं क्या सोचना ये साडी क्या फौज है साढ़े 6 लाख नहीं तो की करन सो मनिया साडी फौज उस पाई नु लगे नहीं ओ गाल सुनो जेले उत्ते देश हो जबर थले इन्हों ने यार बाहर जबर जो आइडिया कीते मुल्क नु उन्हां च कोई गैरत नहीं उन्हां च किसी दी बीवी च गैरत नहीं उन्हां दी औलाद च गैरत नहीं उन्हां दे भरावां च गैरत नहीं उन्हां नु पता नहीं जेड़े यार बाहर जबर जिन्हां ने अन्नी पाई है जिस सही इन्हें खाने ये नहीं कि जमीना लुटी है पैसा लुटे है इन्हें लोगों की हजारा धियां पहला जुल्म कीतियां उन्हें वीडियो बनाई ये जालिम ने ये बद किरदार ने ये शराबी ने देखो ना पूरी मेरी शक्ल देखो आसमा मुनाफिक की शक्ल है चलो जी नहीं पहुंचे दुनिया को पता है कि नहीं पहुंचे मैं काबल का नहीं ये साढ़े ते 70 साल की दूजिया बाहर दी ताकतां की मेहनत है जेडे पाकिस्तान के खिलाफ पाकिस्तान खत्म नहीं होना जो मर्जी कर इंशाअल्लाह अजीज जो असी अल्लाह के वलियां की जो पिशीन को जो नबी पाक फरमा गए हैं ना तो मैंने मुशक्कत खुशबू आती है पाकिस्तान नहीं खत्म होना तकलीफ तो है ना लेकिन ये अज इस वक्त हो चीफ इलेक्शन कमीशन तक लो नैब का चेयरमैन तक लो पूरी सफाई जनाब जी हाई कोर्ट जज तक लो सुप्रीम कोर्ट सारे जज दो तरह जो गलत अभी जवेद साहब ता मनिए तो गल सही है मैं गल की है अगर बंदियाल च गलत है जो 7-8 जज ने क्यों नहीं फैसला ना हल फैसला बन और फैसला सुना तो सही जा क्यों नहीं वो फैसले सुनाते पे लखा फैसले जोड़े ने वो पेंडिंग पे ने सुप्रीम कोर्ट हाई कोर्ट थले जजन पूरी कौम इस वे गिलगित बल्तिस्तान तो लग के
تو کراچی تک جتنے دگڑ ڈلے کنجر نے اس عمران خان ملک جدھر تک ہو کوئی چینل تک ہو کوئی کتا تک ہو جہاں چینل لا نہیں ہوتا کوئی کتے بلیاں بیٹھے نے میں خان صاحب گل کرنا خان صاحب انہوں نے پوری قوم میرے بھرا سنتے ہو پنجابی دے جڑے فوجی خاندانوں دے سارے اپنے بھرا بھرا نے میری گل سنو خان تک میرا پیغام پہنچاؤ کہ یہ ہوں فائنل جنگ ہے عوام نو اپیل کرے پورے چواں صوبے چ بلکہ پنجاں چ جڑی ہے نا انتشار نہیں پھیلانا املاک نقصان نہیں کرنا ساری املاک ہے پوری قوم باہر نکلو سرکار پتہ لگے کہ تھوڑی کنی کی غیرت ہے ایک بندہ بڑھا کا 72 سال کا اگر کھر پتی ہو کے شہزادہ ہیرو ماں ہیرو کا جمے ہے باپ ہیرو وہ دادا عابد خان ہیرو کنجرا انہوں گھیرے چمو پاسوں تے واسطے لگے انہوں کہڑی پوکھا نہ انہوں شور کی لوڑ ہے نہ انہوں دوڑ کی لوڑ ہے کسی چیز کی بڑا بندہ بیمار کتیا چمو پاسوں گھیرے ہے کسی کی غیرت نہیں تھی ضرورت آتی پر 200 کیس کل ہے پورے ملک 200 کیس ہو گئے وہی کیس بار بار وہی ایک باری خان صاحب پوری قوم آخری اعلان کر کے باہر نکل نہیں نکلتے چپ کر کے میرے کو لے چلو خدا ٹھیک کی قسم جب تک میری زندگی ہے میرے پتر بھی شرارہ پال کے دنیا میں پھر اپنے پتر ارب خراب پتی نہیں انگلینڈ دفاع کرے اس قوم کی غیرت نہیں اعلان کرے اور ٹگے ٹگے بندے کتے ملے اٹھ کے تو انہوں گھیرے نے سارے کسی نے قوم کنے واسطے لگے ہے وہ اپنے واسطے لگے ساری جو ہے سب کیوں محبت ہے خان عمران تھی نہیں جانتے دنیا نہیں جانتی انہوں کس چیز کی کمی ہے یہ کتیا بنے ملک لٹے ہائجا کی ہے الگ چکی ہے ملک کی خودداری کا سارے والے سب تو بڑے سکول ہی بنے نے سانو مودی نہیں مارتا پیا یہ سانو منافقات میں مودی تو بڑا خطرہ سمجھے تو یہ چیلے جڑے انہوں سپورٹ کر رہے ہیں فوج کر رہی ہے چلو بہت شکریہ ٹھیک ہے اللہ نے انشاءاللہ وزیر زندگی رہی تھوڑی مہربانی میں کر میری نہیں پچھلے دنوں ایک عمران خان کی ویڈیو چلی تھی مختصر سی کہ اس میں دکھایا جا رہا تھا کہ عمران خان بڑا پریشان ہے ہوتا یہ ہے 72 سال عمر ہو اور پھر روزانہ آپ کو اسلام آباد بلا لیے جائے کبھی لاہور بلا لیے جائے راستے میں ظاہر ہے سفر ہوتا ہے آپ کر کے دیکھیے آپ کو پتہ چل جائے گا کہیں جانا ہو تو کتنی پریشانی بنی ہوتی ہے کہ یار سفر پہ نکل رہا ہے لیکن اس بندے کی بہادری ہے کہ وہ جہاں بھی یہ بلاتے وہ چلا جاتا ہے یہ چاہتے ہیں کہ اسی طرح اس کی صحت خراب کی جائے کسی نہ کسی بیماری میں مبتلا ہو جائے اور ہماری جان چھوٹ جائے ابھی جس طرح قیوم صاحب نے کہا کہ قوم کا کوئی فرض ہے کہ قوم کے لیے وہ نکلا ہوا ہے تو قوم اگر سستی دکھا رہی ہے تو سوال تو اٹھے گا ہمارے چینل کو سبسکرائب کریں جڑے رہے ہمارے ساتھ